शिवा पर मोहे है, शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 519 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ 520 ਨੰਬਰ ਲੈ ਕੇ ਇੱਕ ਨਵਾਂ ਐਪੀਸੋਡ ਲੈ ਕੇ ਆਪ ਸਾਰੀਆਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਸਾਰ ਭਰ ਦੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜਿੱਥੇ ਜਿੱਥੇ ਵੀ ਬੈਠੇ ਤੁਸੀਂ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਹੋ, ਪਸੰਦ ਕਰਦੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਦਿੰਦੇ ਹਨ। ਸਾਰੀਆਂ ਸੰਸਾਰ ਦੀਆਂ ਸੰਗਤਾਂ ਨੂੰ ਪਤਾ ਹੈ ਜਿੱਦਾਂ ਦਾ ਸਮਾਂ ਚੱਲ ਰਿਹਾ, ਜਿੱਦਾਂ ਦੇ ਹਾਲਾਤ ਚੱਲ ਰਹੇ, ਉਸ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਕੀਤੇ ਜਾਣੇ ਇੱਕ ਬਹੁਤ ਹੀ ਖੂਬਸੂਰਤ ਜਿਹੜੀ ਆ ਸੋਚ ਹੈ, ਸੰਗਤ ਟੈਲੀਵਿਜ਼ਨ ਦੀ ਸੋਚ ਹੈ। ਖਾਸ ਕਰਕੇ ਸੋਚ ਜਿਹੜੀ ਹੈ ਇਹ ਵੀਰ ਜੀ ਦੀ ਹੈ, ਜਿਹੜੀ ਕਿ ਸਾਰੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸਾਡੇ ਸਵਾਲ ਹੁੰਦੇ ਹਨ ਉਹਨਾਂ ਦੇ ਜਵਾਬ ਜਿਹੜੇ ਨੇ ਬੜੇ ਹੀ ਪਿਆਰ ਨਾਲ, ਸਤਿਕਾਰ ਨਾਲ ਸੰਗਤਾਂ ਨੂੰ ਦਿੰਦੇ, ਤਾਂ ਕਿ ਅਸੀਂ ਜ਼ਿੰਦਗੀ ਵਿੱਚ ਬਦਲਾਵ ਲਿਆ ਸਕੀਏ, ਸਮਾਜ ਵਿੱਚ ਸੁਧਾਰ ਕਰ ਸਕੀਏ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡ ਵਿੱਚ ਵੀਰ ਜੀ ਤੁਸੀਂ ਦੱਸਿਆ ਸੀ ਕਿ ਕਲਗੀਧਰ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਸਾਹਿਬ ਵਿਖੇ ਕੀਤੇ ਮਕਾਮ ਸਮੇਂ ਜਿਸ ਸਮੇਂ ਸਤਿਗੁਰੂ ਜੀ ਦਮਦਮਾ ਸਾਹਿਬ ਠਹਿਰੇ, ਉੱਥੇ ਉਹਨਾਂ ਨੇ ਕੀ ਕੰਮ ਕੀਤੇ, ਇਹਦੇ ਬਾਰੇ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾਈ। ਨਾਲੇ ਤੁਸੀਂ ਸੰਗਤਾਂ ਨਾਲ ਸਾਂਝ ਪਾਈ ਸੀ ਕਿ ਸਤਿਗੁਰੂ ਜੀ ਨੇ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਜਿਹੜੀ ਸੀ ਉਹ ਕਰਵਾਈ, ਕਿਵੇਂ ਹੋਈ, ਇਹਦੇ ਬਾਰੇ ਵੀ ਤੁਸੀਂ ਸੰਗਤਾਂ ਦੇ ਨਾਲ ਜਿਹੜਾ ਸੀ ਉਹ ਵਿਚਾਰ ਸਾਂਝੇ ਕੀਤੇ। ਅੱਜ ਦਾ ਮੇਰਾ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਤੋਂ ਉਪਰੰਤ ਕਲਗੀਧਰ ਪਾਤਸ਼ਾਹ ਜੀ ਨੇ ਕਿਹੜਾ ਪਹਿਲਾ ਕਾਰਜ ਕੀਤਾ, ਉਹਦੇ ਬਾਰੇ ਸੰਗਤਾਂ ਦੇ ਨਾਲ ਜ਼ਰੂਰ ਸਾਂਝ ਪਾਓ। ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੰਗਤ ਟੈਲੀਵਿਜ਼ਨ ਦੇ ਇਸ ਪ੍ਰੋਗਰਾਮ ਦੇ ਵਿੱਚ ਲੜੀਵਾਰ ਗੁਰ ਇਤਿਹਾਸ ਦੀ ਗੱਲ ਕੀਤੀ ਜਾ ਰਹੀ ਹੈ ਜੀ, ਕਿ ਜਿਵੇਂ ਗੁਰਬਾਣੀ ਨੇ ਜ਼ਿਕਰ ਕੀਤਾ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਨੀ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜ ਅਧਿਆਤਮਿਕ ਤੌਰ ਤੇ ਚਲਾਇਆ, ਦੁਨਿਆਵੀ ਤੌਰ ਤੇ ਖਾਲਸੇ ਦਾ ਰਾਜ ਸੰਸਾਰ ਤੇ ਕਿੱਦਾਂ ਹੈ, ਇਹ ਸਾਰਾ ਵੱਡਾ ਇਤਿਹਾਸ ਜੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਤੋਂ ਗੱਲ ਸ਼ੁਰੂ ਕੀਤੀ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਤੱਕ ਪਹੁੰਚ ਗਈ। ਤੇ ਪਿਛਲੇ ਐਪੀਸੋਡ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਧਰਤੀ ਉੱਤੇ ਨਿਰੰਕਾਰ ਦੇ ਕਲਾਧਾਰ ਰੂਪ ਸੀ ਸਤਿਗੁਰੂ ਜੀ ਜੀ। ਉਹਨਾਂ ਨੇ ਆਪਣੇ ਮਹਾਂ ਧਿਆਨ ਦੇ ਵਿੱਚੋਂ ਹਾਂਜੀ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਕੀਤਾ। ਜੀ ਜੀ। ਸਿੱਖ ਪੰਥ ਦਾ ਸ਼੍ਰੋਮਣੀ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹਨੂੰ ਸੰਪੂਰਨ ਰੂਪ ਦੇ ਵਿੱਚ ਜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਮੁਖਾਰਬਿੰਦ ਤੋਂ, ਆਪਣੇ ਧਿਆਨ ਦੇ ਵਿੱਚੋਂ ਪ੍ਰਗਟ ਕੀਤਾ। ਜਿੱਦਾਂ ਜਿੱਦਾਂ ਉਹਨਾਂ ਪ੍ਰਗਟ ਕੀਤਾ, ਆਪਾਂ ਜ਼ਿਕਰ ਕੀਤਾ ਸੀ ਅੰਤਰ ਧਿਆਨੀ ਹੋ ਕੇ, ਉੱਦਾਂ ਭਾਈ ਮਣੀ ਸਿੰਘ ਜੀ ਨੇ ਲਾਗ ਕੰਨੇ ਮਾਤਰ ਤੱਕ ਸਹੀ ਲਿਖਿਆ ਜੀ। ਔਰ ਇੱਥੇ ਜਿੱਥੇ ਸਤਿਗੁਰੂ ਦਾ ਤਾਂ ਮਹਾਂ ਧਿਆਨ ਹੈ, ਸਤਿਗੁਰੂ ਦੇ ਅੰਦਰ ਤਾਂ ਹਾਂਜੀ ਗ੍ਰੰਥ ਸ਼ਬਦ ਵਿਚਰ ਹੀ ਰਿਹਾ ਆ। ਜੀ ਜੀ। ਪਰ ਭਾਈ ਮਣੀ ਸਿੰਘ ਦੀ ਬਹੁਤ ਵੱਡੀ ਗੱਲ, ਕਿਉਂਕਿ ਗ੍ਰੰਥ ਸਾਹਿਬ ਜਿੱਦਾਂ ਹੈ ਉਹਨੂੰ ਉਤਾਰਨਾ ਉੱਦਾਂ, ਯਾਨੀ ਕਿ ਲਗਾ ਕਰਨਾ ਮਾਤਰਾ ਨੂੰ ਬੋਲਣ ਤੇ ਨਹੀਂ ਉਤਾਰਿਆ ਜਾ ਸਕਦਾ ਜੇ ਤੁਸੀਂ ਉਹਦੀ ਸੁਰਤ ਤੁਹਾਡੇ ਨਾਲ ਨਹੀਂ ਜੁੜੀ। ਬਿਲਕੁਲ ਬਿਲਕੁਲ। ਗੁਰਬਾਣੀ ਵਿਆਕਰਨ ਦੇ ਅੱਛਾ ਜਿੱਦਾਂ ਭਾਈ ਮਣੀ ਸਿੰਘ ਨੇ ਉਤਾਰਿਆ, ਉਹਨਾਂ ਉਤਾਰਿਆਂ ਤੋਂ ਗਾਂ ਉਤਾਰਾ ਜੀ, ਕਾਪੀ ਕਰਨੀ ਵੀ ਔਖੀ ਹੁੰਦੀ ਸੀ, ਉਹ ਬਾਬਾ ਦੀਪ ਸਿੰਘ ਨੇ ਕੀਤੀ। ਪਰ ਨਾਲ ਜ਼ਿੰਮੇਵਾਰੀ ਸੀ ਵੀ ਕਿਤੇ ਜੇ ਕੋਈ ਕੰਨਾ ਮਾਤਰ ਰਹਿ ਗਿਆ ਤੇ ਉਹਦੀ ਦਰੁਸਤੀ ਵੀ ਕਰਨੀ। ਠੀਕ ਹੈ। ਸੋ ਇਹ ਇੱਕੋ ਸਮੇਂ ਪੱਤਰੇ ਤੋਂ ਪੱਤਰਾ, ਜਾਣੀ ਕਿ ਹਾਂਜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੋਲ ਦੇਗਾ, ਭਾਈ ਮਨੀ ਸਿੰਘ ਜੀ ਲਿਖ ਦੇਗਾ, ਭਾਈ ਮਨੀ ਸਿੰਘ ਦੇ ਲਿਖੇ ਤੋਂ ਗਾਂ ਉਤਾਰਾ ਬਾਬਾ ਦੀਪ ਸਿੰਘ ਕਰ ਦੇਗਾ। ਤੇ ਏਦਾਂ ਪੱਤਰੇ ਤੋਂ ਪੱਤਰਾ ਇੱਕੋ ਵਾਰੀ ਦੋ ਸਰੂਪ ਤਿਆਰ ਹੋ ਗਏ। ਹਾਂਜੀ, ਇੱਕ ਭਾਈ ਮਨੀ ਸਿੰਘ ਵਾਲਾ, ਹਾਂਜੀ, ਦੂਜਾ ਬਾਬਾ ਦੀਪ ਸਿੰਘ ਵਾਲਾ। ਸੋ ਦੋ ਸਰੂਪ ਜਿਹੜੇ ਤਿਆਰ ਹੋ ਗਏ। ਤੁਸੀਂ ਸਭ ਤੋਂ ਪਹਿਲਾਂ ਕੰਮ ਖੇੜਾ ਕੀਤਾ ਮੈਂ ਉਹਦੇ ਲਈ, ਉਹਦੀ ਭੂਮਿਕਾ ਬੰਦਿਆ। ਜਦੋਂ ਦੋ ਸਰੂਪ ਤਿਆਰ ਹੋ ਗਏ ਤੇ ਸਤਿਗੁਰੂ ਜੀ ਨੇ ਫਿਰ ਹੁਕਮ ਕਰ ਦਿੱਤਾ ਵੀ ਇੱਕ ਸਰੂਪ ਤੋਂ ਅੱਜ ਬਾਣੀ ਦਾ ਅਖੰਡ ਜਾਪ ਸ਼ੁਰੂ ਕਰ ਦਿੱਤਾ ਜਾਵੇ। ਠੀਕ, ਅਖੰਡ ਪਾਠ ਪਾ ਸ਼ਬਦ ਕਰੀਏ। ਠੀਕ। ਤੇ ਜਿਹੜਾ ਦੂਜਾ ਸਰੂਪ ਆ, ਹਾਂਜੀ, ਭਾਈ ਮਨੀ ਸਿੰਘ ਵਾਲੇ ਸਰੂਪ ਦਾ ਅਖੰਡ ਜਾਪ ਉੱਥੋਂ ਸ਼ੁਰੂ ਕਰ ਦਿੱਤਾ ਗਿਆ। ਯਾਨੀ ਕਿ ਲੜੀਵਾਰ ਅਖੰਡ ਜਾਪ ਗੁਰੂ ਗ੍ਰੰਥ ਸਾਹਿਬ ਦਾ ਜ਼ਰੂਰੀ ਨਹੀਂ 48 ਘੰਟੇ 'ਚ ਹੋਣਾ, ਪਰ ਅਖੰਡ ਜਾਪ ਸ਼ੁਰੂ ਕਰ ਦਿੱਤਾ ਗਿਆ। ਨਾਲ ਅਖੰਡ ਜਾਪ ਸ਼ੁਰੂ ਕਰਦੇ ਆ ਤੇ ਨਾਲ ਸਤਿਗੁਰੂ ਦੇ ਅਰਥ ਸਮਝਾਉਣੇ ਸ਼ੁਰੂ ਕਰ ਦਿੱਤੇ। ਠੀਕ ਠੀਕ।
ਤੁਹਾਡੇ ਕਹਿਣ ਦਾ ਮਤਲਬ ਪਹਿਲੀ ਵਾਰ ਜਿਹੜਾ ਪਹਿਲੀ ਵਾਰੀ ਜਿਹੜਾ ਅਖੰਡ ਅਖੰਡ ਜਾਪ ਜਾਪ ਹੋਇਆ, ਜਾਣੀ ਕਿ ਜੀ, ਸਭ ਤੋਂ ਪਹਿਲਾਂ ਸ਼ੁਰੂਆਤ ਸਭ ਜਿਹੜੀ ਤੋਂ ਹੈ। ਪਹਿਲਾਂ ਅਖੰਡ ਜਾਪ ਹੋਇਆ। ਔਰ ਗੁਰੂ ਸਾਹਿਬ ਨੇ ਉਹ ਨਾਲ ਉਹ ਇੱਕ ਦੀਵਾਨ 'ਚ ਅਖੰਡ ਜਾਪ ਵੀ ਹੁੰਦਾ, ਨਾਲ ਸਤਿਗੁਰੂ ਉਹਨਾਂ ਦੇ ਅਰਥ ਵੀ ਸਮਝਾਉਂਦੇ ਆ। ਜੀ ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਹਿਲਾ ਅਖੰਡ ਜਾਪ ਅਜੇ ਗੁਰੂ ਸ਼ਬਦ ਨਹੀਂ ਇਹਨਾਂ ਜਿਹੜਾ ਨਾਲ ਹਾਂਜੀ। ਗ੍ਰੰਥ ਸਾਹਿਬ ਗ੍ਰੰਥ। ਇਦਾਂ ਗੱਲ ਇਹ ਸ਼੍ਰੋਮਣੀ ਗ੍ਰੰਥ ਖਾਲਸਾ ਪੰਥ ਦਾ ਜਿਹੜਾ ਉਹਦਾ, ਜੀ ਤੇ ਜਿਹੜਾ ਬਾਬਾ ਦੀਪ ਸਿੰਘ ਵਾਲਾ ਸੀਗਾ ਹਾਂਜੀ ਸਰੂਪ, ਜੀ ਉੱਥੋਂ ਸਤਿਗੁਰੂ ਨੇ ਕਿਹਾ ਤੂੰ ਹੋਰ ਉਤਾਰੇ ਕਰੋ, ਠੀਕ ਹੈ ਤਾਰੇ। ਤੇ ਬਾਬਾ ਦੀਪ ਸਿੰਘ ਕਿਉਂਕਿ ਪਹਿਲੇ ਤਾਰੇ ਬਾਬਾ ਦੀਪ ਸਿੰਘ ਨੇ ਕੀਤੇ ਹੋਏ, ਬਾਬਾ ਦੀਪ ਸਿੰਘ ਦੀ ਖਾਸ ਤੌਰ ਤੇ ਡਿਊਟੀ ਲਈ ਗਾਂ ਤੁਸੀਂ ਤਾਰੇ ਕਰਨੇ ਆ। ਜੀ ਹੋ ਸਕਦਾ ਭਾਈ ਮਨੀ ਸਿੰਘ ਨੇ ਵੀ ਹੋਰ ਤਾਰਾ ਕੀਤਾ ਹੋਵੇ, ਪਰ ਸਾਡੇ ਇਤਿਹਾਸਕ ਦੇ ਜ਼ਿਕਰ ਨਹੀਂ ਆਉਂਦਾ। ਬਾਬਾ ਦੀਪ ਸਿੰਘ ਦੇ ਕੀਤੇ ਹੋਏ 4 ਉਤਾਰਿਆਂ ਦਾ ਗਾਂ ਜ਼ਿਕਰ ਮਿਲਦਾ। ਆਉਂਦਾ ਆ। ਠੀਕ ਠੀਕ ਸੋ ਬਾਬਾ ਦੀਪ ਸਿੰਘ ਨਾਲ ਡਿਊਟੀ ਦੇ ਵੀ ਉਹਦੇ ਤੇ ਉਤਾਰੇ ਕਰੋ ਜਿਹੜਾ ਤੁਸੀਂ ਸ਼ੁਰੂ ਕੀਤਾ ਰੈਡੀ, ਉਹ ਤੋਂ ਜਦੋਂ ਬਣ ਲਿਆ ਤੇ ਇੱਕ ਜਦੋਂ ਜਿਲਦ ਵੱਜ ਗਈ ਆ, ਇੱਕ ਤੋਂ ਪਾਠ ਸ਼ੁਰੂ ਹੋ ਗਿਆ, ਅਖੰਡ ਜਾਪ ਸ਼ੁਰੂ ਹੋ ਗਿਆ, ਸਤਿਗੁਰੂ ਨੇ ਅਰਥ ਕਰਨੇ ਸ਼ੁਰੂ ਕੀਤੇ। ਦਮਦਮਾ ਸਾਹਿਬ ਵਿੱਚ ਅਰਥ ਕਰਨ ਦੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਅਰਥ ਕੀਤੇ ਆ ਜੀ। ਸਤਿਗੁਰੂ ਨੇ, ਹਾਂਜੀ ਇਹਦੀ ਸਾਡੇ ਕੋਲ ਇਤਿਹਾਸ ਗਵਾਹੀ ਮਿਲਦੀ ਆ। ਠੀਕ ਇਹ ਵੀ ਮਿਲਦੀ ਆ ਕਿ ਜਿਨ੍ਹਾਂ 42 ਸਿੰਘਾਂ ਨੇ ਇਕੱਠੇ ਹੋ ਸਾਰੇ ਅਰਥ ਸੁਣ ਲਿਆ, ਸਾਨੂੰ ਐਨੂੰ ਇੱਕ ਤੱਕ ਇੱਕ ਧਿਆਨ 'ਚ ਹੋ ਕੇ ਜੀ ਉਹ ਵਿਦੇਹ ਮੁਕਤ ਹੋਣ ਦੀ ਅਵਸਥਾ ਤੱਕ ਪਹੁੰਚ ਗਏ ਸਨ। ਪਰ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ, ਉਹਨਾਂ ਨੂੰ ਸਤਿਗੁਰੂ ਨੇ ਕਿਹਾ ਸੀ ਨਹੀਂ ਤੁਸੀਂ ਟਿਕੇ ਰਹੋ। ਠੀਕ ਠੀਕ ਯਾਨੀ ਐਡੀ ਅਜ਼ਰ ਨੂੰ ਜਰਨ ਦੀ ਅਵਸਥਾ ਜਿਹੜੀ ਦਿੱਤੀ ਸੀ ਹਾਂਜੀ। ਉਹ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਦੀਪ ਸਿੰਘ। ਦਿੱਤੀ ਸਤਿਗੁਰੂ ਨੇ ਵੀ ਅਜ਼ਰ ਨੂੰ ਵੀ ਜਰਨਾ ਆ। ਜੀ ਤੇ ਉਹ ਫਿਰ ਬਾਅਦ ਵਿੱਚ ਵਿਦੇਹ ਮੁਕਤ ਹੈਗੇ, ਸਾਰੀ ਜ਼ਿੰਦਗੀ ਵਿਦੇਹ ਮੁਕਤ ਹੋ ਕੇ ਜੀਏ ਇੱਕ ਤਰ੍ਹਾਂ ਦੇ ਜੀ। ਸਰੀਰ ਦੇ, ਯਾਨੀ ਕਿ ਸਰੀਰ ਦੇ ਰਸਾ ਕਸਾ ਤੋਂ ਮੁਕਤ ਹੋ ਜਾਣਾ, ਮੁਕਤ ਹੋ ਜਾਣਾ ਉਹ ਮੁਕਤ ਹੋ ਕੇ ਜੀਏ। ਤੇ ਫਿਰ ਕੁਰਬਾਨੀਆਂ ਵੀ ਉਹਨਾਂ ਨੇ ਦੱਸਦੀਆਂ ਕਿ ਬੰਦ ਕਟਾ ਹੋਣਾ। ਜੀ। ਭਾਈ ਮਨੀ ਸਿੰਘ ਦੀ ਕੁਰਬਾਨੀ ਦੀ ਗੱਲ, ਉਹ ਬੰਦਾ ਉਹ ਜਿਹੜਾ ਦੇਹ ਤੋਂ ਉੱਪਰ ਹੋਵੇ ਉਹੀ ਕਟਾ ਸਕਦਾ, ਬਿਲਕੁਲ। ਤੇ ਸਿਰ ਤਲੀ ਤੇ ਤੇ ਟਿਕਾ ਲੈਣਾ ਰੱਖ ਕੇ, ਜੀ। ਉਹ ਵੀ ਜਿਹੜਾ ਬੰਦਾ ਦੇਹ ਤੋਂ ਮੁਕਤ ਹੋਵੇ ਹੀ ਰੱਖ ਸਕਦਾ। ਸੋ ਉਹ ਜਿਹੜੀ ਇਹ ਸਾਡੇ ਇਤਿਹਾਸ ਦੀ ਇੱਕ ਜਿਹੜੀ ਆ ਸਾਡੇ ਇਤਿਹਾਸ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਮਿਲਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਉਚਾਰਿਆ ਵੀ, ਜੀ। ਔਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਬਾਬਾ ਦੀਪ ਸਿੰਘ ਨੇ ਅਰਥ ਵੀ ਉਤਾਰੇ, ਕੀਤੇ। ਜੀ, ਜੀ। ਜਿਹੜੇ ਅਰਥ ਕੀਤੇ ਉਹ ਭਾਈ ਮਨੀ ਸਿੰਘ ਦੇ ਰਾਹੀਂ ਤੇ ਬਾਬਾ ਦੀਪ ਸਿੰਘ ਦੇ ਰਾਹੀਂ ਅਰਥ 2 ਟਕਸਾਲਾਂ ਦੇ ਰਾਹੀਂ ਸੀਨਾ ਬਸੀਨਾ ਚੱਲਦੇ ਆ। ਹੋ ਸਕਦਾ ਸੀਨਾ ਬਸੀਨਾ ਚੱਲਦੇ ਆ ਉਹਨਾਂ ਦੇ ਅਰਥਾਂ 'ਚ, ਯਾਨੀ ਕਿ ਸਮੇਂ ਦੇ ਨਾਲ ਕੁਝ ਬਦਲਾ ਆ ਗਿਆ ਥੋੜੀ ਬੜੀ ਚੇਂਜ ਹੋ ਬਦਲਾਅ। ਸਕਦੀ ਆ, ਜੀ, ਜੀ। ਪਰ ਇਹ ਉਹੀ ਅਰਥ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਕੀਤੇ ਕਿ ਉਹਨਾਂ ਟਕਸਾਲਾਂ ਦੇ ਅਰਥਾਂ 'ਚ ਸੱਤੋ ਕੀ ਗਲੀ ਤੇ ਦਮਦਮਾ ਸਾਹਿਬ ਦੇ ਥੋੜਾ ਹੈਗਾ ਆ ਅੰਤਰ ਭਿੰਨ। ਉਹ ਜਿੱਦਾਂ ਮਹਾਂਪੁਰਸ਼ ਕੋਈ ਆਉਂਦਾ ਗਿਆ ਉਹਨਾਂ ਦੀ ਗੱਲ ਨਾਲ ਜਿਹੜੀ ਚੱਲਦੀ ਗਈ, ਹਾਂਜੀ। ਉਹ ਹੈ ਤਾਂ ਹੈ, ਪਰ ਇਹ ਅਰਥ ਉਹੀ ਜਿਹੜੇ ਗੁਰੂ ਸਾਹਿਬ ਨੇ ਸਮਝਾਇਆ ਉਹਨਾਂ ਤੋਂ ਟਕਸਾਲਾਂ ਸੰਪਰਦਾਵਾਂ ਚੱਲੀਆਂ। ਭਾਈ ਮਨੀ ਸਿੰਘ ਵਾਲੀ ਜੀ ਟਕਸਾਲ ਜਿਹਨੂੰ ਸੱਤੋ ਕੀ ਗਲੀ ਦੇ ਤੌਰ ਤੇ ਮਸ਼ਹੂਰ ਹੈਗੀ ਆ, ਬਾਬਾ ਦੀਪ ਸਿੰਘ ਵਾਲੀ ਟਕਸਾਲ ਜੀ। ਜਿਹੜੀ ਦਮਦਮੀ ਟਕਸਾਲ ਦੇ ਤੌਰ ਤੇ ਮਸ਼ਹੂਰ ਆ, ਉਹਦੇ ਵੱਖ-ਵੱਖ ਕਈ ਸੈਂਟਰ ਆ ਇਸ ਸਮੇਂ ਚੱਲਦੇ। ਭਾਈ ਮਨੀ ਸਿੰਘ ਵਾਲੀ ਟਕਸਾਲ ਦੇ ਵੀ ਕਈ ਸੈਂਟਰ ਚੱਲਦੇ ਆ, ਇੱਕ ਲੌਂਗੋਵਾਲ ਵੀ ਚੱਲਦਾ, ਇੱਕ ਸੱਤੋ ਕੀ ਗਲੀ ਚੱਲਦਾ, ਹੋਰ ਵੀ ਜਿੱਥੇ ਬੰਗਾ ਮਹਾਂਪੁਰਸ਼ ਬੈਠੇ। ਪਰ ਇਹਨਾਂ ਦਾ ਟਕਸਾਲਾਂ ਦੋਵਾਂ ਦਾ ਪਸਾਰ ਵੀ ਹੋਇਆ ਠੀਕ ਤੇ ਪ੍ਰਚਾਰ ਵੀ ਬਹੁਤ ਕੀਤਾ ਇਹਨਾਂ ਦੋਵਾਂ ਨੇ। ਖੈਰ ਮੈਂ ਉੱਥੇ ਆ ਜਾਵਾਂ ਜਿੱਥੇ ਤੁਹਾਡਾ ਸਵਾਲ ਸੀਗਾ। ਇਹ ਗੱਲਾਂ ਆਪਾਂ ਗਾਂ ਜਾ ਕੇ ਵੀ ਕਿਤੇ ਕਰਾਂਗੇ, ਜਿੱਦਾਂ ਜੇ ਗਾਂ ਗੱਲ ਤੁਰੀ ਚੱਲੀ। ਇਤਿਹਾਸ ਦੀ। ਸੋ ਪਹਿਲਾ ਅਖੰਡ ਜਾਪ ਸ਼ੁਰੂ ਕਰ ਦਿੱਤਾ ਗਿਆ ਔਰ ਸਤਿਗੁਰੂ ਨੇ ਫਿਰ ਐਲਾਨ ਕੀਤਾ ਜੀ ਕਿ ਜਿੱਦਣ ਅਖੰਡ ਜਾਪ ਸੰਪੂਰਨ ਹੋ ਜਾਏਗਾ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਜੀ। ਜਦੋਂ ਉਸ ਅਖੰਡ ਪਾਠ ਦੇ ਸੰਪੂਰਨ ਹੋਣ ਤੇ ਇੱਕ ਬਹੁਤ ਵੱਡਾ ਅਮਰ ਸੰਚਾਰ ਕੀਤਾ ਜਾਵੇਗਾ। ਤੇ ਸਤਿਗੁਰੂ ਨੇ ਹਦਾਇਤ ਕੀਤੀ ਨਾਲ ਕਥਾ ਕਰਦੇ ਆ, ਜਿੱਦੇ ਤੇ ਕਥਾ ਚੱਲਦੀ ਸੀ ਨਾਲ ਵਿਖਿਆਨ ਚੱਲਦਾ ਸੀ, ਦੀਵਾਨ ਚੱਲਦਾ ਸੀ ਅਖੰਡ ਪਾਠ ਦੇ ਨਾਲ ਇਹ ਹਦਾਇਤ ਕੀਤੀ ਵੀ ਕੋਈ ਬੰਦਾ ਹੁਣ, ਕੋਈ ਮਾਈ ਭਾਈ, ਕੋਈ ਬੱਚਾ ਵਾਂਝਾ ਨਾ ਰਹਿ ਜੇ ਖੰਡੇ ਦੀ ਪਹੁਲ ਲੈਣ ਤੋਂ। ਠੀਕ ਤੁਸੀਂ ਦੇਖਿਆ ਹੋਣਾ ਇੱਥੇ ਸਾਰੇ ਜਿਹੜੀ ਮਾਲਵੇ ਦੀ ਫੇਰੀ ਸਤਿਗੁਰੂ ਨੇ ਅੰਮ੍ਰਿਤ ਸੰਚਾਰ ਤੇ ਬਹੁਤ ਸੰਚਾਰ, ਜ਼ੋਰ ਦਿੱਤਾ ਹਾਂਜੀ, ਹੈ। ਹਾਂਜੀ। ਇੰਨਾ ਜ਼ੋਰ ਕਦੀ ਪਹਿਲਾਂ ਨਹੀਂ, ਜੀ ਤੇ ਆਨੰਦਪੁਰ ਵੀ ਸ਼ਾਇਦ ਉਦਾਂ ਨਹੀਂ ਮਿਲਦਾ, ਸਾਲ ਬਾਅਦ ਕਦੀ 6 ਮਹੀਨੇ ਬਾਅਦ ਅੰਮ੍ਰਿਤ ਸੰਚਾਰ ਹੁੰਦੇ, ਪਰ ਇੱਥੇ ਰੋਜ਼ ਅੰਮ੍ਰਿਤ ਸੰਚਾਰ ਹੋਇਆ। ਕਦੀ ਇੱਕ ਦਿਨ ਛੱਡ ਕੇ ਇੱਕ ਦਿਨ ਹੋਇਆ, ਕਦੀ ਰੋਜ਼ ਹੋਇਆ, ਤੇ ਕਦੀ ਦੂਜੇ ਦਿਨ ਕਦੀ ਤੀਜੇ ਦਿਨ ਸਤਿਗੁਰੂ ਜਿੱਥੇ ਗਿਆ ਉੱਥੇ ਅੰਮ੍ਰਿਤ ਸੰਚਾਰ ਕੀਤੇ। ਇਹ ਸਾਡੇ ਇਤਿਹਾਸ 'ਚ ਮਿਲਦੀਆਂ ਗੱਲਾਂ। ਔਰ ਲੱਖਾਂ ਹੀ ਬੰਦਿਆਂ ਨੂੰ ਸਤਿਗੁਰੂ ਨੇ ਅੰਮ੍ਰਿਤ ਛਕਾ ਕੇ ਇੱਥੇ ਖੰਡੇ ਦੀ ਪੌਲ ਦੇ ਕੇ ਸ਼ਸਤਰਧਾਰੀ ਤੇ ਅੰਮ੍ਰਿਤਧਾਰੀ ਬਣਾਇਆ। ਖੰਡੇ ਦੀ ਪੌਲ ਦਿੱਤੀ, ਸ਼ਸਤਰਧਾਰੀ ਤੇ ਅੰਮ੍ਰਿਤਧਾਰੀ ਬਣਾਇਆ। ਤੇ ਉਹ ਜਿਹੜੇ ਲੱਖਾਂ ਬੰਦੇ ਮਾਲਵੇ ਦੀ ਧਰਤੀ ਤੋਂ ਬਣਾਏ ਸੀ, ਮਾਝੇ ਵਾਲੇ ਬੰਨੇ ਪਹਿਲਾਂ ਹੀ ਪ੍ਰਚਾਰ ਜ਼ਿਆਦਾ ਸੀਗਾ, ਔਰ ਉਹਨਾਂ ਨੇ ਬਾਅਦ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਤੇ ਆਲੇ ਦੁਆਲੇ ਮੁਗਲ ਹਕੂਮਤ ਨੂੰ ਚੱਕ ਕੇ ਜੀ ਖਾਲਸਾ ਰਾਜ ਕਾਇਮ ਕੀਤਾ। ਜੀ ਇਹ ਸਤਿਗੁਰੂ ਦਾ ਜਿਹੜਾ ਪ੍ਰਚਾਰ ਦਾ ਸਾਰਾ ਸੀਗਾ। ਕੱਲੇ ਘਰ ਦੇ ਵਿੱਚ ਸਤਿਗੁਰੂ ਨੇ ਸਿੱਖੀ ਪਹੁੰਚਾਤੀ, ਅੰਮ੍ਰਿਤਧਾਰੀ ਜੀ ਸ਼ਸਤਰਧਾਰੀ। ਖੈਰ ਸਤਿਗੁਰੂ ਨੇ ਉੱਥੇ ਕਿਹਾ ਵੀ ਇਹ ਸਾਰੇ ਜਣੇ ਇੱਥੇ ਅੰਮ੍ਰਿਤ ਛਕਣ। ਸੋ ਪਹਿਲਾ ਕੰਮ ਕੀ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ, ਅਜੇ ਗੁਰੂ ਸ਼ਬਦ ਨਹੀਂ ਨਾਲ ਜੁੜਿਆ, ਸਿੱਖ ਪੰਥ ਦੇ ਸ਼੍ਰੋਮਣੀ ਗ੍ਰੰਥ ਦੀ ਸੰਪੂਰਨਤਾ ਤੋਂ ਬਾਅਦ, ਆਦਿ ਗ੍ਰੰਥ ਦੀ ਸੰਪੂਰਨਤਾ ਤੋਂ ਬਾਅਦ, ਗੁਰੂ ਤੇਗ ਬਹਾਦਰ ਦੀ ਬਾਣੀ ਆਦਿ ਗ੍ਰੰਥ 'ਚ ਦਾਖਲ ਹੋਣ ਤੋਂ ਬਾਅਦ, ਇੱਕ ਤਾਂ ਪਹਿਲਾਂ ਉਹਦਾ ਜਾਪ ਸ਼ੁਰੂ ਹੋਇਆ, ਜੀ ਉਹਦੀ ਕਥਾ ਸ਼ੁਰੂ ਹੋਈ, ਹਾਂਜੀ। ਗੁਰੂ ਗੋਬਿੰਦ ਸਿੰਘ ਨੇ ਆਪ ਕੀਤੀ, ਉਹਦੇ ਜਾਣੀ ਕਿ ਵਿਆਖਿਆ ਕੀਤੀ, ਸ਼ਬਦ ਅਰਥ ਬਹੁਤ ਵੱਡੇ ਨਹੀਂ, ਸ਼ਬਦ ਅਰਥ। ਤੇ ਇਹ ਸਾਰਾ ਕੰਮ 5 ਮਹੀਨੇ ਸਤਿਗੁਰੂ ਨੇ ਮੁਕੰਮਲ ਕੀਤਾ, ਉਤਾਰੇ ਤੋਂ ਲੈ ਕੇ
ਪੂਰਾ ਸਮਾਂ ਲਾ ਕੇ ਗਿਆਨੀ ਗਿਆਨ ਸਿੰਘ ਨੇ ਖਾਲਸਾ ਤਵਰੀਖ 'ਚ ਗੱਲ ਕਹੀ ਆ ਜੀ ਗਿਆਨੀ ਗਿਆਨ ਸਿੰਘ ਨੇ ਵੀ ਪੰਥ ਸੂਰਜ ਪ੍ਰਕਾਸ਼ ਦੀ ਹੀ ਅਨੁਵਾਦ ਕਰਦੇ ਆ ਕਵਿਤਾ ਤੋਂ ਵਾਰਤਕ 'ਚ ਉਠਾਉਂਦੇ ਆ ਇਹ ਗੱਲਾਂ ਕਹੀਆਂ ਤੇ ਇਸ ਕਰਕੇ ਆਪਾਂ ਸੂਰਜ ਪ੍ਰਕਾਸ਼ 'ਚ ਵੀ ਇਹੀ ਗੱਲਾਂ ਕਿ 5 ਮਹੀਨਿਆਂ ਦੇ ਵਿੱਚ ਸਤਿਗੁਰ ਨੇ ਇਹ ਸਾਰੇ ਕੰਮ ਨਿਬੇੜੇ ਜੀ ਉਤਾਰੇ ਤੋਂ ਲੈ ਕੇ ਖੰਡ ਜਾਪ ਤੱਕ ਸਾਰਾ ਕੁਝ ਵੀ ਕਥਾ ਵੀ ਵਿੱਚੇ ਨਾਲ ਹੀ ਤੇ ਫਿਰ ਸਭ ਤੋਂ ਵੱਡਾ ਕੰਮ ਅਮਰ ਸੰਚਾਰ ਹਾਂਜੀ ਔਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਰੀਰਕ ਹਯਾਤੀ ਦਾ ਜੀ ਸਰੀਰਕ ਹਯਾਤੀ ਮੈਂ ਤਾਂ ਕਹਿ ਰਿਹਾ ਸਰੀਰਕ ਜ਼ਿੰਦਗੀ ਮੈਂ ਤਾਂ ਕਹਿ ਰਿਹਾ ਕਿ ਸਤਿਗੁਰੂ ਕਿਤੇ ਗਏ ਨਹੀਂ ਹਾਲੇ ਵੀ ਹੈਗੇ ਆ ਪਰ ਹੁਣ ਸਤਿਗੁਰੂ ਸਾਡੇ ਕੋਲ ਰੂਹਾਨੀ ਤੌਰ ਤੇ ਉਪਦੇਸ਼ ਦੇ ਤੌਰ ਤੇ ਆ ਅਧਿਆਤਮਿਕ ਤੌਰ ਤੇ ਆ ਔਰ ਸਤਿਗੁਰੂ ਕਿਤੇ ਜਾਂਦਾ ਨਹੀਂ ਜੀ ਪਰ ਸਰੀਰਕ ਤੌਰ ਤੇ ਜਿਹੜੇ ਵਿਚਰੇ ਸਤਿਗੁਰੂ ਇਸ ਸੰਸਾਰ ਦੇ ਉੱਤੇ ਉਹ 1666 ਤੋਂ ਲੈ ਕੇ 1708 ਤੱਕ ਵਿਚਰੇ ਸੋ ਸਤਿਗੁਰ ਦੀ ਸਰੀਰਕ ਹਯਾਤੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਅੰਮ੍ਰਿਤ ਸੰਚਾਰ ਆ ਉਹ ਦਮਦਮਾ ਸਾਹਿਬ ਵਾਲਾ ਆ ਇਹ ਸਾਡਾ ਇਤਿਹਾਸ ਜ਼ਿਕਰ ਕਰਦਾ ਕਿ ਲੱਖ ਤੋਂ ਉੱਤੇ 1.25 ਲੱਖ ਸ਼ਬਦ ਵੀ ਵਰਤਿਆ ਗਈਆਂ ਨੇ ਵੀ ਲੱਖ ਤੋਂ ਉੱਤੇ ਪੁਰਾਣੀਆਂ ਨੇ ਅੰਮ੍ਰਿਤ ਛਕਿਆ ਦਮਦਮਾ ਸਾਹਿਬ ਦੇ ਵਿੱਚ ਜਦੋਂ ਵੱਡਾ ਅੰਮ੍ਰਿਤ ਸੰਚਾਰ ਕੀਤਾ ਗਿਆ ਪਤਾ ਨਹੀਂ ਕਿੰਨਾ ਸਮਾਂ ਲੱਗੂਗਾ ਪਤਾ ਨਹੀਂ ਕਿੱਦਾਂ ਤਿਆਰੀਆਂ ਹੋਈਆਂ ਹੋਣਗੀਆਂ ਔਰ ਇਤਿਹਾਸ ਸਾਡੇ ਜ਼ਿਕਰ ਆਉਂਦਾ ਕਿ ਜਿਹੜੇ ਕੜਾਏ ਗੁੜ ਬਣਾਉਣ ਵਾਲੇ ਵੱਡੇ ਹੁੰਦੇ ਸੀ ਉਹਨਾਂ ਦੇ ਵਿੱਚ ਤਿਆਰ ਕੀਤਾ ਗਿਆ ਉੱਡੇ ਕੜਾਇਆ ਜਾਣੀ ਕਿ ਜਾਂ ਉਹਨਾਂ ਕੜਾਇਆਂ ਦੇ ਵਿੱਚ ਵੀ ਅੰਮ੍ਰਿਤ ਤਿਆਰ ਕੀਤਾ ਗਿਆ ਤੇ ਔਰ ਜੇ ਹਥਿਆਰ ਨਹੀਂ ਸੀ ਮਿਲਦੇ ਉਨੀਆਂ ਕਿਰਪਾਨਾਂ ਉਹਨਾਂ ਸਾਰਾ ਕੁਝ ਨਹੀਂ ਸੀ ਮਿਲਦਾ ਤੇ ਉਹ ਵੀ ਉੱਥੇ ਪੈਦਾ ਕੀਤੇ ਗਏ ਜਾਨੀ ਕਿ ਆਲੇ ਦੁਆਲੇ ਸਾਰੇ ਬੰਨਿਓ ਬੜੀ ਵੱਡੇ ਪੱਧਰ ਦੇ ਉੱਤੇ ਇਹ ਇੱਕ ਕਹਿਣਾ ਚਾਹੀਦਾ ਕਿ ਬਹੁਤ ਵੱਡੀ ਇਨਕਲਾਬੀ ਲਹਿਰ ਚੱਲੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੋਂ ਅੱਛਾ ਜਦੋਂ ਅੰਮ੍ਰਿਤ ਸੰਚਾਰ ਸਤਿਗੁਰ ਨੇ ਕੀਤਾ ਉਹਦੇ ਵਿੱਚ ਜਿੱਥੇ ਮਾਲਵੇ ਦੇ ਲੋਕਾਂ ਨੇ ਆ ਕੇ ਅੰਮ੍ਰਿਤ ਛਕੇ ਬਾਕੀ ਸਾਰਿਆਂ ਨੇ ਛਕੇ ਉਹਨਾਂ 'ਚੋਂ ਖਾਸ ਕੁਝ ਬੰਦੇ ਜਿਨ੍ਹਾਂ ਨੇ ਬਾਅਦ 'ਚ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਵਿੱਚੋਂ ਬਾਬਾ ਹਰਦਾਸ ਸਿੰਘ ਦਾ ਆਪਾਂ ਜ਼ਿਕਰ ਕਰਦੇ ਹਾਂ ਮਾਝੇ ਤੋਂ ਚੱਲ ਕੇ ਪਹੁੰਚੇ ਸੀਗੇ ਜੱਸਾ ਸਿੰਘ ਰਾਮਗੜ੍ਹੀ ਦਾਦਾ ਜੀ ਉਹਨਾਂ ਦੇ ਨਾਲ ਉਹਨਾਂ ਦੇ ਪੁੱਤਰ ਗਿਆਨੀ ਭਗਵਾਨ ਸਿੰਘ ਵੀ ਗਏ ਸੀਗੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਸੋ ਅੰਮ੍ਰਿਤ ਛਕਣ ਵਾਲਿਆਂ 'ਚੋਂ ਦਮਦਮਾ ਸਾਹਿਬ ਬੇਸ਼ੱਕ ਸ਼ਸਤਰਧਾਰੀ ਵੀ ਪਹਿਲਾਂ ਸੀਗੇ ਨਿਤਨੇਮ ਵੀ ਕਰਦੇ ਸੀਗੇ ਸਿੱਖੀ ਸਮਝਦੇ ਘਰ 'ਚ ਪਿਤਾ ਪੁਰਖੀ ਸਿੱਖਿਆ ਦੀ ਤਿਆਰੀ ਹੋ ਚੁੱਕੀ ਹੋਈ ਸੀ ਪਰ ਉਹਨਾਂ ਨੇ ਅੰਮ੍ਰਿਤ ਛਕਿਆ ਜਿਹੜਾ ਹੈਗਾ ਦਮਦਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਲ ਜਦੋਂ 5 ਪਿਆਰੇ ਆ ਔਰ ਇੱਥੇ ਮੈਂ ਫੇਰ ਕਹਿ ਦਿਆਂ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਗਿਆ ਪਰ ਜੋਤ ਉਹਨਾਂ ਕੋਲ ਨਹੀਂ ਗਈ ਅਜੇ ਗੁਰੂ ਦੀ ਪਦਵੀ ਨਹੀਂ ਜੋਤ ਗੁਰੂ ਗੋਬਿੰਦ ਸਿੰਘ ਦੇ ਕੋਲ ਆ ਇਸ ਕਰਕੇ ਅੰਮ੍ਰਿਤ ਸੰਚਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਸ਼ਾਮਲ ਹੋਣਾ ਹੀ ਹੋਣਾ ਹਾਂਜੀ ਹਾਂਜੀ ਕਲਾ ਤਾਂ ਅੰਮ੍ਰਿਤ ਨਹੀਂ ਜੋਤ ਤੇ ਜੁਗ ਜਦੋਂ ਇਕੱਠੀ ਹੁੰਦੀ ਜੋਤ ਗੁਰੂ ਗੋਬਿੰਦ ਸਿੰਘ ਕੋਲ ਹੈ ਸੋ ਅੰਮ੍ਰਿਤ ਸੰਚਾਰ ਦੇ ਵਿੱਚ ਸ਼ਾਮਲ ਹੀ ਹੋਣਾ ਇਹ ਗੱਲ ਵੱਖਰੀ ਆ ਕਿ ਅੰਮ੍ਰਿਤ ਤਿਆਰ ਕਰਨ ਤੋਂ ਬਾਅਦ ਕਿਉਂਕਿ ਬਹੁਤ ਗਿਣਤੀ ਛਕਣ ਵਾਲੇ ਤੇ ਪੰਜਾਂ ਦੇ ਹੋਰ ਗਾਂ ਗੁੱਟ ਬਣਾਤੇ ਹੁਣ ਜਿੱਦਾਂ ਅਨੰਦਪੁਰ ਸਾਹਿਬ ਵੀ ਸਤਿਗੁਰ ਨੇ 1699 ਜਾਂ 1700 ਈਸਵੀ ਵਿੱਚ ਬਣਾਏ ਸੀਗੇ ਪਰ ਅੰਮ੍ਰਿਤ ਸੰਚਾਰ ਦੀ ਤਿਆਰੀ ਸਮੇਂ ਰਹਿਤ ਦ੍ਰਿੜਾਉਣ ਦੇ ਸਮੇਂ ਸਤਿਗੁਰ ਦੀ ਹਾਜ਼ਰੀ ਜ਼ਰੂਰੀ ਆ ਉਹ ਸਤਿਗੁਰ ਨੇ ਆਪਣੀ ਹਾਜ਼ਰੀ ਦਿੱਤੀ ਉੱਥੇ ਉੱਥੋਂ ਇੱਕ ਤਾਂ ਫਿਰ ਗਿਆਨੀ ਭਗਵਾਨ ਸਿੰਘ ਨੇ ਜਿਹਦੇ ਗਾਂ ਪੁੱਤਰ ਜੱਸਾ ਸਿੰਘ ਰਾਮਗੜ੍ਹੀਆ ਹੋਏ ਆ ਇਹਨਾਂ ਨੇ ਅੱਛਾ ਭਾਈ ਮਣੀ ਸਿੰਘ ਦੇ ਪੋਤਿਆਂ ਨੇ ਜੀ ਬਚਿੱਤਰ ਸਿੰਘ ਤੇ ਉਦੇ ਸਿੰਘ ਜਿਹੜੇ ਸ਼ਹੀਦ ਹੋ ਚੁੱਕੇ ਸੀ ਹਾਂਜੀ ਬਚਿੱਤਰ ਸਿੰਘ ਵੀ ਚਮਕੌਰ ਨੂੰ ਪਹੁੰਚਦਾ ਸ਼ਹੀਦ ਹੋਇਆ ਸੀ ਜੀ ਜਿਹੜਾ ਆਪਾਂ ਪਹਿਲਾਂ ਜਾਂਦੇ ਭੱਠਾ ਸਾਹਿਬ ਗੁਰਦੁਆਰਾ ਆ ਜਿੱਥੇ ਬਣਿਆ ਹੋਇਆ ਅੱਜ ਕੱਲ੍ਹ ਉੱਥੇ ਬਚਿੱਤਰ ਸਿੰਘ ਉੱਥੇ ਜਾ ਸ਼ਹੀਦ ਹੋਏ ਸੀ ਜ਼ਖਮੀ ਹੋ ਗਏ ਸੀਗੇ ਸਰਸਾ ਪਾਰ ਕਰਦਿਆਂ ਭਾਈ ਉਦੇ ਸਿੰਘ ਵੀ ਸਰਸਾ ਪਾਰ ਕਰਦਿਆਂ ਉੱਚੀ ਟਿੱਬੀ ਤੇ ਸ਼ਹੀਦ ਹੋਏ ਸੀਗੇ ਸੋ ਇਹਨਾਂ ਦੇ ਗਾਂ ਪੁੱਤਰ ਉਦੇ ਸਿੰਘ ਇਹ ਭਾਈ ਮਨੀ ਸਿੰਘ ਦੋਨੇ ਪੁੱਤਰ ਸੀ ਭਾਈ ਮੁਨੀ ਸਿੰਘ ਦੇ ਪੁੱਤਰ ਬਚਿੱਤਰ ਸਿੰਘ ਤੇ ਉਦੇ ਸਿੰਘ ਦੇ ਗਾਂ ਪੁੱਤਰਾਂ ਨੇ ਇਹਨਾਂ ਨੇ ਵੀ ਦਮਦਮਾ ਸਾਹਿਬ ਅੰਮ੍ਰਿਤ ਛਕਿਆ ਜਦੋਂ ਭਾਈ ਮਨੀ ਸਿੰਘ ਉੱਥੇ ਆਏ ਤੇ ਇਹ ਉੱਥੇ ਪਹੁੰਚੇ ਨਾਲ ਪਰਿਵਾਰ ਸਮੇਤ ਭਾਈ ਮਨੀ ਸਿੰਘ ਆਏ ਤੇ ਇਹਨਾਂ ਨੂੰ ਪਤਾ ਲੱਗਾ ਇਹ ਵੀ ਪਹੁੰਚੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਵਿਦਿਆ ਦੇ ਉਸਤਾਦ ਬੱਜਰ ਸਿੰਘ ਸੀਗੇ ਬੀਬੀ ਭਿੱਖਾ ਦੇ ਪਿਤਾ ਜੀ ਬੀਬੀ ਭਿੱਖਾ ਸਿੰਘ ਦੇ ਪਿਤਾ ਜੀ ਭਾਈ ਆਲਮ ਸਿੰਘ ਨੱਚਣਾ ਦੇ ਸਹੁਰਾ ਸਾਹਿਬ ਆਲਮ ਸਿੰਘ ਨੱਚਣਾ ਤੇ ਬੀਬੀ ਭਿੱਖਾ ਜੀ ਸਰਸਾ ਕੰਢੇ ਸ਼ਹੀਦ ਹੋ ਗਈ ਸੀ ਆਲਮ ਸਿੰਘ ਨੱਚਣਾ ਜਾ ਕੇ ਸ਼ਹੀਦ ਹੋ ਗਿਆ ਸੀ ਚਮਕੌਰ ਦੀ ਗੜੀ 'ਚ ਬੱਜਰ ਸਿੰਘ ਸਰਸਾ ਦੀ ਨਦੀ ਤੇ ਵਿਛੜ ਗਿਆ ਸੀ ਆਪਣੇ ਦੋਤਿਆਂ ਦੇ ਦੋਵਾਂ ਦੇ ਨਾਲ ਜੀ ਇਹ ਇੱਕ ਦੋਤੇ ਨਾਲ ਦੋ ਦੋਤੇ ਉਹਨਾਂ ਦੇ ਜਾ ਕੇ ਜਿਹੜੇ ਸ਼ਹੀਦ ਹੋਏ ਸੀ ਚਮਕੌਰ ਦੇ ਵਿੱਚ ਜਿਹੜਾ ਦੋਤੇ ਦੇ ਨਾਲ ਉਹ ਵਿਛੜਿਆ ਸੀਗਾ ਜਿਹੜੀ ਬੀਬੀ ਭਿੱਖਾ ਸਿੰਘ ਦੇ ਪੁੱਤਰ ਦੇ ਨਾਲ ਛੋਟੇ ਪੁੱਤਰ ਦੇ ਨਾਲ ਉਹਨੂੰ ਨਾਲ ਲੈ ਕੇ ਉਹ ਵੀ ਦਮਦਮਾ ਸਾਹਿਬ ਪਹੁੰਚਿਆ ਸੀ ਬੱਜਰ ਸਿੰਘ ਸੋ ਉਹਦੇ ਬੱਜਰ ਸਿੰਘ ਦੇ ਦੋਤੇ ਨੇ ਵੀ ਜਾਣੀ ਕਿ ਸ਼ਹੀਦ ਭਾਈ ਆਲਮ ਸਿੰਘ ਨੱਚਣਾ ਤੇ ਸ਼ਹੀਦ ਬੀਬੀ ਭਿੱਖਾ ਸਿੰਘ ਦੇ ਪੁੱਤਰ ਨੇ ਸ਼ਹਾਦਤਾਂ ਦਾ ਦੇਣ ਵਾਲਾ ਪਰਿਵਾਰ ਸੀਗਾ ਇਹ ਉਹਨੇ ਵੀ ਇੱਥੇ ਅੰਮ੍ਰਿਤ ਛਕਿਆ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਇਹਨਾਂ ਦਾ ਗਾਂ ਇਤਿਹਾਸ ਬਣਨਾ ਆ ਜਦੋਂ ਸਤਿਗੁਰ ਨੇ ਦੱਖਣ ਵੱਲ ਜਾਣਾ ਆ ਨਾਲ ਇਹਨਾਂ ਨੇ ਜਾਣਾ ਤਾਂ ਮੈਂ ਇਹਨਾਂ ਦਾ ਜ਼ਿਕਰ ਇੱਥੇ ਉਚੇਚਨਾ ਕਰ ਰਿਹਾ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਭੱਲਾ ਦਾ ਆਪਾਂ ਜ਼ਿਕਰ ਕੀਤਾ ਪਹਿਲਾਂ ਮੁਕਤਸਰ ਦੀ ਜੰਗ ਸ਼ਹੀਦ ਹੋਏ ਸੀਗੇ ਅੰਮ੍ਰਿਤਸਰ ਦੇ ਜਿਹੜੇ 5 ਮੁਖੀ ਸੀ ਮਾਝੇ ਦੇ ਉਹਨਾਂ 'ਚ ਇੱਕ ਗਿਣੇ ਜਾਂਦੇ ਸੀਗੇ ਬਦਾਮੀਆਂ ਨੂੰ ਨਾਲ ਲੈ ਕੇ ਗਏ ਸੀ ਮੁਕਤੇ ਬਣ ਕੇ ਸ਼ਹੀਦ ਹੋਏ ਤੇ ਉਹਨਾਂ ਮੁਕਤਿਆਂ ਦੇ ਨਾਲ ਹੀ ਸ਼ਹੀਦ ਹੋਏ ਸੀ ਬਾਬਾ ਖੁਸ਼ਹਾਲ ਸਿੰਘ ਭੱਲਾ ਜੀ ਆਪ ਵੀ
ਤੇ ਉਹਨਾਂ ਦੇ ਦੋ ਪੁੱਤਰ ਕਰਵਾਰੀ ਸਿੰਘ ਤੇ ਦਰਬਾਰੀ ਸਿੰਘ ਜੀ। ਸੋ ਜਿਹੜੇ ਦਰਬਾਰੀ ਸਿੰਘ ਸੀਗੇ ਹਾਂਜੀ ਉਹਨਾਂ ਦੇ ਪੁੱਤਰ ਗਾਂ ਬਾਬਾ ਵਿਨੋਦ ਸਿੰਘ ਜੀ ਜੀ ਤੇ ਬਾਬਾ ਵਿਨੋਦ ਸਿੰਘ ਦੇ ਪੁੱਤਰ ਗਾਂ ਕਾਹਨ ਸਿੰਘ ਜੀ, ਬਾਬਾ ਕਾਹਨ ਸਿੰਘ ਜੀ। ਇਹਨਾਂ ਨੂੰ ਬਾਬਾ ਸ਼ਬਦ ਤਾਂ ਵਰਤਿਆ ਜਾਂਦਾ ਇਹਨਾਂ ਦੋਵਾਂ ਦੇ ਨਾਲ, ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਖੁਸ਼ਹਾਲ ਸਿੰਘ, ਬਾਬਾ ਕਰਵਾਰੀ ਸਿੰਘ, ਬਾਬਾ ਦਰਬਾਰੀ ਸਿੰਘ, ਕਿਉਂਕਿ ਗੁਰੂ ਦੇ ਖਾਨਦਾਨ ਦੇ ਪੁੱਤਰਾਂ ਦੇ ਨਾਲ ਸਾਡੀ ਪਿਰਤ ਆ ਸਿੱਖੀ ਦੀ ਕਿ ਅਸੀਂ ਬਾਬਾ ਸ਼ਬਦ ਵਰਤਦੇ ਹਾਂ। ਬੇਸ਼ੱਕ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਬੇਸ਼ੱਕ ਉਹ ਬਾਗੀ ਹੋਏ, ਬੇਸ਼ੱਕ ਵੱਡੀ ਉਮਰ ਬੇਸ਼ੱਕ ਛੋਟੀ ਉਮਰ। ਅਸੀਂ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਕਹਿੰਦੇ ਬਾਬਾ ਫਤਿਹ ਸਿੰਘ ਜੀ, ਸਾਹਿਬਜ਼ਾਦਾ ਜੋਰਾ ਸਿੰਘ ਨੂੰ ਕਹਿੰਦੇ ਬਾਬਾ ਜੋਰਾ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਹਿੰਦੇ ਬਾਬਾ ਅਜੀਤ ਸਿੰਘ ਜੀ। ਇਦਾਂ ਹੀ ਅਸੀਂ ਗੁਰੂ ਨਾਨਕ ਦੇ ਪੁੱਤਰਾਂ ਨੂੰ ਕਹਿੰਦੇ ਆ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਇਦਾਂ ਹੀ ਅਸੀਂ ਗੁਰੂ ਰਾਮਦਾਸ ਦੇ ਪੁੱਤਰਾਂ ਨੂੰ ਬੇਸ਼ੱਕ ਉਹ ਬਾਗੀ ਵੀ ਰਹੇ, ਅਸੀਂ ਕਹਿੰਦੇ ਬਾਬਾ ਪ੍ਰਿਥੀ ਚੰਦ ਜੀ। ਜਿਹੜੀ ਸਾਡੇ ਇਤਿਹਾਸ ਨੇ ਉਹ ਸਤਿਕਾਰ ਗੁਰੂ ਦੇ ਪੁੱਤਰ ਹੋਣ ਕਰਕੇ ਦਿੱਤਾ ਆ। ਹਾਂਜੀ। ਅੱਛਾ, ਬਾਬਾ ਰਾਮ ਰਾਏ ਜੀ ਬੇਮੁਖ ਵੀ ਹੋਏ ਬੇਸ਼ੱਕ, ਜੀ, ਪਰ ਅਸੀਂ ਸ਼ਬਦ ਵਰਤੇ ਬਾਅਦ ਚ ਜੁੜ ਵੀ ਗਏ। ਜੀ ਜੀ, ਬਾਅਦ ਚ ਜੁੜ ਵੀ ਗਏ। ਹਾਂਜੀ ਹਾਂਜੀ। ਤੇ ਇਸ ਕਰਕੇ ਉਹਨਾਂ ਦੇ ਮਸੰਦਾਂ ਨੇ ਉਹਨੂੰ ਜਿੰਦੇ ਸਾੜ ਦਿੱਤਾ, ਪਰ ਗੁਰੂ ਗੋਬਿੰਦ ਸਿੰਘ ਨੇ ਜਾ ਕੇ ਉਹਦਾ ਬਦਲਾ ਵੀ ਲਿਆ ਮਸੰਦਾਂ ਨੂੰ ਸਾੜ ਕੇ। ਇਹ ਬੀਬੀ ਪੰਜਾਬ ਕੌਰ ਦੇ ਕਹਿਣ ਦੇ ਉੱਤੇ ਬੀਬੀ ਪੰਜਾਬ ਕੌਰ ਨੇ ਬਹੁਤ ਪ੍ਰਚਾਰ ਬਾਅਦ ਚ ਕੀਤਾ, ਆਪਾਂ ਸ਼ਾਇਦ ਤੇ ਜ਼ਿਕਰ ਕੀਤਾ ਹੋਵੇ। ਸੋ ਉਹਨੂੰ ਬਾਬਾ ਰਾਮ ਸਿੰਘ ਕਹਿੰਦੇ ਆ। ਇਦਾਂ ਹੀ ਬੇਸ਼ੱਕ ਬੇਮੁਖ ਰਹੇ, ਅਸੀਂ ਬਾਬਾ ਧੀਰਮਾਲੀ ਕਹਿੰਦੇ ਆ, ਕਿਉਂਕਿ ਕਾਰਨ ਹੈ ਕਿ ਅਸੀਂ ਗੁਰੂ ਦੇ ਕਰਕੇ ਗੁਰੂ ਦੇ ਪੁੱਤਰਾਂ ਨੂੰ ਸਤਿਕਾਰ ਦਿੰਦੇ ਆ। ਇਹ ਸਾਡੀ ਪਿਰਤ ਰਹੀ ਆ ਸਾਡੇ ਇਤਿਹਾਸ ਦੀ। ਅੱਜ ਗੱਲਾਂ ਕੁਛ ਆਪਾਂ ਹੋਰ ਤਰ੍ਹਾਂ ਕਰਨ ਲੱਗ ਪਏ, ਪਰ ਸਾਡੇ ਸਿੱਖ ਇਤਿਹਾਸਕਾਰਾਂ ਨੇ, ਜਿੰਨੇ ਸਾਡੇ ਪੁਰਾਤਨ ਇਤਿਹਾਸ ਸੀਗੇ, ਇਤਿਹਾਸਕਾਰ ਸੀਗੇ, ਉਹਨਾਂ ਨੇ ਇਹ ਆਦਰ ਪਿਆਰ ਤੇ ਸ਼ਰਧਾ ਸਤਿਕਾਰ ਵਾਲੀ ਗੱਲ ਵਿਗੜਨ ਨਹੀਂ ਦਿੱਤੀ। ਔਰ ਮੈਂ ਸੋਚਦਾ ਅੱਜ ਨਾਲ ਉਹ ਬਹੁਤ ਚਤੰਨ ਸੀ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਮਾੜਾ ਸ਼ਬਦ ਵਰਤਣਾ ਸ਼ੁਰੂ ਕਰਦੇ ਆ ਉਦੋਂ ਸਮਝ ਲਓ ਆਪਣੇ ਲਈ ਬੀਜ ਲੈਂਦੇ ਆ ਕਿ ਦੂਜਾ ਵੀ ਸਾਡੇ ਲਈ ਮਾੜਾ ਸ਼ਬਦ ਵਰਤੇ। ਜੀ ਜੀ, ਸਤਿਗੁਰੂ ਇਹ ਜਾਣ ਕੇ ਇਹ ਸਤਿਕਾਰ ਨਹੀਂ ਟੁੱਟਣ ਦਾ। ਅੱਜ ਸਾਡਾ ਪ੍ਰਚਾਰਕ, ਅੱਜ ਸਾਡਾ ਲਿਖਾਰੀ, ਅੱਜ ਸਾਡਾ ਸਾਹਿਤਕਾਰ, ਅੱਜ ਸਾਡਾ ਇਤਿਹਾਸਕਾਰ ਜਿਹੜਾ ਆ ਉਹ ਸ਼ਰਧਾ ਤੋਂ ਵਿਹੂਣ ਹੋ ਕੇ ਉਹਨੇ ਸ਼ਬਦ ਵਰਤਦਾ ਆ। ਔਰ ਮੈਂ ਕਈ ਵਾਰੀ ਬਹੁਤ ਹੈਰਾਨ ਹੋ ਜਾਣਾ ਕਿ ਚੰਗੇ ਭਲੇ ਬੰਦੇ ਜਦੋਂ ਕਿਸੇ ਦੂਜੇ ਸਿੱਖ ਲਈ ਜਿਹਦੇ ਨਾਲ ਵਿਚਾਰ ਨਹੀਂ ਰਲਦੇ ਉਹਦੇ ਨਾਂ ਦੇ ਮੂਹਰੇ ਸਿੰਘ ਪਾਉਂਦੇ ਸਨ, ਸਿਉਂ ਪਾ ਦਿੰਦੇ ਆ, ਜਾਂ ਵਿੱਚੋਂ ਕੱਢ ਦਿੰਦੇ ਆ। ਜੀ ਜੀ, ਭਾਵੇਂ ਉਹ ਪੋਲੀਟੀਸ਼ੀਅਨ ਬੰਦਾ ਹੋਵੇ, ਜਦੋਂ ਤੁਹਾਡੇ ਨਾਲ ਉਹ ਵੱਡਾ ਆ, ਤੁਹਾਡੇ ਨਾਲ ਉਹਦੀ ਦੇਣ ਵੱਡੀ ਆ, ਤੁਹਾਡੇ ਨਾਲ ਬੇਸ਼ੱਕ ਤੁਹਾਡੇ ਵਿਚਾਰ ਨਹੀਂ ਮਿਲਦੇ, ਨਾਂ ਪੂਰਾ ਲੈ ਲਓ, ਸਤਿਕਾਰ ਨਾਲ ਨਾਂ ਲੈ ਲਓ, ਬਾਕੀ ਆਪਣੇ ਵਿਚਾਰ ਨਾਲ ਕਹਿ ਦਿਓ। ਜੀ ਜੀ ਜੀ, ਤਾਂ ਕਿ ਸਤਿਕਾਰ ਬਣਿਆ ਰਹੇ। ਇਹ ਜੇ ਸਤਿਕਾਰ ਇੱਕ ਦੂਜੇ ਦਾ ਅਸੀਂ ਬਣਾ ਕੇ ਰੱਖਾਂਗੇ, ਕੌਮ ਦਾ ਸਤਿਕਾਰ ਆ, ਪੰਥ ਦਾ ਸਤਿਕਾਰ ਆ। ਖੈਰ, ਇਹ ਬਾਬਾ ਮੈਂ ਥੋੜੀ ਜਿਹੀ ਗੱਲ ਕਰ ਲਵਾਂ, ਕਿਉਂਕਿ ਗੁਰੂ ਅਮਰਦਾਸ ਦਾ ਜਿਹੜਾ ਪਰਿਵਾਰ ਸੀ, ਹਾਂਜੀ, ਇਹ ਆਮ ਤੌਰ ਤੇ ਜਿਹੜਾ ਸੋਢੀ ਪਰਿਵਾਰ ਹੈ ਨਾ, ਹਾਂਜੀ, ਸਾਰੀਆਂ ਸ਼ਹਾਦਤਾਂ ਆਪਾਂ ਗੁਰੂ ਇਤਿਹਾਸ ਦੀ ਜਦੋਂ ਗੱਲ ਕਰਦੇ ਉਹਨਾਂ ਚੋਂ ਮਿਲਦੀਆਂ। ਜੀ ਜੀ, ਗੁਰੂ ਅਰਜਨ ਦੇਵ ਸ਼ਹੀਦ ਹੋਏ, ਹਾਂਜੀ, ਸੋਢੀ ਪਰਿਵਾਰ। ਜੀ, ਗੁਰੂ ਰਾਮਦਾਸ ਸੋਢੀ ਦੇ ਪੁੱਤਰ ਹਨ। ਜੀ, ਇਹ ਸੋਢੀ ਪਰਿਵਾਰ। ਗੁਰੂ ਅਰਜਨ ਦੇਵ ਤੋਂ ਬਾਅਦ ਗੁਰੂ ਤੇਗ ਬਹਾਦਰ ਸ਼ਹੀਦ ਹੋਏ, ਸੋਢੀ ਪਰਿਵਾਰ। ਜੀ, ਗੁਰੂ ਸਾਹਿਬ ਜਿਹੜੇ ਸ਼ਹੀਦ ਹੋਏ, ਉਸ ਤੋਂ ਬਾਅਦ ਚ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋਏ, ਸੋਢੀ ਪਰਿਵਾਰ ਹੈ ਗੁਰੂ ਸਾਹਿਬਾਨ ਦਾ ਪਰਿਵਾਰ, ਜਿਹੜੇ ਪਰਿਵਾਰ ਦੇ। ਫਿਰ ਗੁਰੂ ਗੋਬਿੰਦ ਸਿੰਘ ਦੇ ਭੂਆ ਦੇ ਪੁੱਤ ਵੀ ਸ਼ਹੀਦ ਹੋਏ, ਯਾਨੀ ਕਿ ਗੁਰ ਪਰਿਵਾਰ ਦੀਆਂ ਸ਼ਹਾਦਤਾਂ ਦੀ ਗੱਲ। ਪਰ ਬਹੁਤ ਘੱਟ ਗੱਲ ਕੀਤੀ ਗਈ ਗੁਰੂ ਅਮਰਦਾਸ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ। ਜੀ, ਵੈਸੇ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਮੇਰੇ ਖਿਆਲ ਤੱਕ। ਗੁਰੂ ਅਮਰਦਾਸ ਦਾ ਪਰਿਵਾਰ, ਕਿਉਂਕਿ ਇੱਕ ਟਾਈਮ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਵੀ ਆਕੀ ਹੋਏ। ਜੀ, ਇੱਕ ਟਾਈਮ ਗੁਰੂ ਅੰਗਦ ਸਾਹਿਬ ਦੇ ਪੁੱਤਰ ਵੀ ਆਕੀ ਹੋਏ, ਗੁਰੂ ਅਮਰਦਾਸ ਨੂੰ ਲੱਤ ਮਾਰੀ ਸੀਗੀ। ਜੀ ਜੀ, ਬਾਅਦ ਮੰਨ ਗਿਆ, ਗੱਲ ਵੱਖਰੀ। ਪਰ ਗੁਰੂ ਅਮਰਦਾਸ ਜੀ ਦਾ ਜਿਹੜਾ ਪਰਿਵਾਰ ਆ, ਪੁੱਤਰ ਆ, ਇੱਕ ਟਾਈਮ ਵੀ ਆਕੀ ਨਹੀਂ ਹੋਏ ਕਦੀ ਵੀ। ਗੁਰੂ ਘਰ ਦੇ ਵਿਰੋਧ ਨਹੀਂ ਕੀਤਾ ਉਹਨਾਂ ਨੇ। ਹਾਲੇ ਕਿ ਗੁਰੂ ਰਾਮਦਾਸ ਦੇ ਪੁੱਤਰਾਂ ਨੇ, ਬਾਬਾ ਸ਼੍ਰੀ ਚੰਦ ਨੇ ਵੀ ਕੀਤਾ, ਧੀਰਮਲ ਨੇ ਵੀ ਕੀਤਾ, ਰਾਮ ਰਾਜ ਨੇ ਵੀ ਕੀਤਾ ਇਹਨਾਂ ਪਰ ਗੁਰੂ ਅਮਰਦਾਸ ਜੀ ਦਾ ਜਿਹੜਾ ਪਰਿਵਾਰ ਆ, ਸੀਨਾ ਬਸੀਨਾ ਚੱਲਿਆ ਆਉਂਦਾ ਸੀ। ਉਹਨਾਂ ਨੇ ਕਦੀ ਵੀ ਗੁਰੂ ਘਰ ਦੇ ਨਾਲ ਰੀਣ ਭਰ ਵੀ ਵਿਰੋਧ ਨਹੀਂ ਕੀਤਾ। ਜਦੋਂ ਗੁਰੂ ਰਾਮਦਾਸ ਨੂੰ ਗੁਰਗੱਦੀ ਦਿੱਤੀ ਨਾ ਗੁਰੂ ਅਮਰਦਾਸ ਨੇ, ਤੇ ਉਹਨਾਂ ਨੇ ਆਪਣੇ ਵੱਡੇ ਪੁੱਤਰ ਮੋਹਰੀ ਨੂੰ ਕਿਹਾ ਵੀ ਚਲੋ ਨਮਸਕਾਰ ਕਰੋ। ਤੇ ਪਿਤਾ ਦਾ ਕਹਿਣਾ ਮੰਨ ਕੇ ਉਹਨੇ ਨਮਸਕਾਰ ਕੀਤੀ। ਤੇ ਇਹਦੀ ਗਵਾਹੀ ਜਿਹੜੀ ਆ ਗੁਰਬਾਣੀ ਚ ਵੀ ਮਿਲਦੀ ਆ, ਮੋਹਰੀ ਪੁੱਤ ਸਨਮੁਖ ਹੋਇਆ, ਸਭ ਜਗਤ ਪੈਰੀ ਪਾਇਆ ਜੀ, ਵੀ ਗੁਰੂ ਰਾਮਦਾਸ ਦੇ ਪੈਰੀ ਪਾਤਾ। ਔਰ ਉਹ ਸਾਡੀ ਮਿਲਦੀ ਵੀ ਆ ਕਿ ਗੁਰੂ ਰਾਮਦਾਸ ਨੂੰ ਜਦੋਂ ਗੁਰਗੱਦੀ ਦੀ ਜਦੋਂ ਮੋਹਰੀ ਪੈਰੀ ਪਾਇਆ ਤਾਂ ਉਹਨੂੰ ਪੁੱਛਿਆ ਵੀ ਗੁਰੂ ਰਾਮਦਾਸ ਨੇ ਕੀ ਸਮਝ ਕੇ ਪੈਰੀ ਪਿਆ? ਜੀ, ਸਾਡਾ ਹੁਕਮ ਮੰਨ ਕੇ ਪੈਰੀ ਪਿਆ। ਹਾਂਜੀ, ਗੁਰੂ ਰਾਮਦਾਸ ਤੁਹਾਡੇ ਭਣਵਈਆ ਜੀ ਆ, ਰਿਸ਼ਤੇ ਦੇ ਵੱਡੇ ਹੋਣ ਕਰਕੇ, ਉਮਰੋਂ ਬੇਸ਼ੱਕ ਛੋਟੇ ਆ, ਰਿਸ਼ਤਾ ਵੱਡਾ ਹੋਣ ਕਰਕੇ ਪੈਰੀ ਪਿਆ ਆ। ਹਾਂਜੀ, ਕਿ ਗੁਰੂ ਕਿ ਕਿਸ ਕਰਕੇ ਪੈਰੀ ਪਿਆ? ਤੇ ਉਹ ਕਹਿੰਦੇ ਸਤਿਗੁਰੂ ਜੀ, ਤੁਹਾਡਾ ਰੂਪ ਜਾਣਦਿਆਂ ਹੋਇਆਂ, ਅਕਾਲ ਪੁਰਖ ਦੀ ਜੋਤ ਜਾਣਦਿਆਂ ਹੋਇਆਂ, ਸਮਰੱਥ ਗੁਰੂ ਜਾਣਦਿਆਂ ਹੋਇਆਂ ਮੈਨੂੰ ਪੈਰੀ ਪਿਆ। ਜੀ, ਤੇ ਫਿਰ ਮੋਹਰੀ ਨੂੰ ਤੇ ਮੋਹਨ ਨੂੰ, ਭਾਈ ਮੋਹਰੀ ਨੂੰ ਤੇ ਭਾਈ ਮੋਹਨ ਨੂੰ ਬੜੀਆਂ ਸੀਸਾਂ ਦਿੱਤੀਆਂ ਗੁਰੂ ਰਾਮਦਾਸ ਨੇ। ਤੁਸੀਂ ਆਕੀ ਨਹੀਂ ਹੋਏ। ਭਾਈ ਮੋਹਨ ਵੀ ਜਦੋਂ ਮੋਹਰੀ ਪਿਆ ਤੇ ਫਿਰ ਸਾਰਾ ਪਰਿਵਾਰ ਹੀ ਪਿਆ। ਹਾਂਜੀ, ਤੇ ਉਹ ਇਹ ਗੱਲ ਜਿਹੜੀ ਅਗਾਂਹ ਉਹਨਾਂ ਦੇ ਗਾਂ ਪੋਤੇ, ਭਾਈ ਸੁੰਦਰ ਜੀ, ਭਾਈ ਆਨੰਦ ਜੀ, ਸਾਰੇ ਇਹ ਜਿਹੜੇ ਸੀਗੇ ਪੋਤੇ ਪੜੋਤੇ, ਉਹ ਵੀ ਸਾਰੇ ਚਾਰ ਗੁਰੂ ਗ੍ਰੰਥ ਸਾਹਿਬ 4 ਪੀੜ੍ਹੀਆਂ ਦਾ ਜ਼ਿਕਰ ਆ। ਜੀ, ਗੁਰੂ ਅਮਰਦਾਸ ਦਾ, ਭਾਈ ਮੋਹਰੀ ਦਾ ਜ਼ਿਕਰ ਆ, ਮੋਹਰੀ ਪੁੱਤ ਸਨਮੁਖ ਹੋਇਆ।
ਭਾਈ ਨੰਦ ਦਾ ਜ਼ਿਕਰ ਹੈ, ਆਨੰਦ ਸਾਹਿਬ ਉਹਨਾਂ ਦੇ ਨਾਂ ਤੇ ਚਾਰਿਆ, ਇਹ ਪੜਪੋਤਾ ਹੈ ਜੀ। ਇਹ ਪੋਤੇ ਦਾ ਜ਼ਿਕਰ ਹੈ ਜਿਹਨੇ ਰਾਮਕਲੀ ਸੱਦ ਲਿਖੀ, ਭਾਈ ਸੁੰਦਰ ਜੀ। ਮੋਹਨ ਜੀ ਦਾ ਜ਼ਿਕਰ ਹੈ ਸਾਡੇ ਇਤਿਹਾਸ ਦੀਆਂ ਕੁਝ ਸੰਪਰਦਾਵਾਂ ਦੇ ਮੁਤਾਬਕ ਚਾਰਾਂ ਦਾ ਯਾਨੀ ਕਿ 3-4 ਪੀੜ੍ਹੀਆਂ ਦਾ ਜ਼ਿਕਰ ਆ, ਕਿਸੇ ਹੋਰ ਗੁਰੂ ਦਾ ਇਦਾਂ ਸ਼ਰਤ ਨਹੀਂ ਹੈਗਾ ਜੀ ਜੀ ਗਾ ਪੁੱਤਰਾਂ ਦੇ ਜ਼ਿਕਰ ਹੋਵੇ। ਇਹ ਇਸੇ ਕਰਕੇ ਸੀ ਕਿ ਉਹ ਸਨਮੁਖ ਰਹੇ। ਇਹਨਾਂ ਦੀ ਗਾਂ ਚਲਦੀਆਂ ਪੀੜ੍ਹੀਆਂ ਚੋਂ ਬਾਬਾ ਖੁਸ਼ਹਾਲ ਸਿੰਘ ਭੱਲਾ ਜੀ 8ਵੀਂ ਪੀੜ੍ਹੀ ਸੀਗੇ ਠੀਕ ਗੁਰੂ ਅਮਰਦਾਸ ਤੋਂ, ਤੇ ਉਹ ਜਾ ਕੇ ਮੁਕਤਸਰ ਸ਼ਹੀਦ ਹੋਏ ਹਾਂਜੀ ਗੁਰੂ ਅਮਰਦਾਸ ਦੇ ਪਰਿਵਾਰ ਚੋਂ। ਉਹਨਾਂ ਦੇ 2 ਪੁੱਤਰ ਦਰਬਾਰੀ ਸਿੰਘ 9ਵੀਂ ਪੀੜ੍ਹੀ ਜਿਹੜੀ ਹੋ ਗਈ ਗੁਰੂ ਅਮਰਦਾਸ ਤੋਂ, ਉਹ ਵੀ ਮੁਕਤਸਰ ਸ਼ਹੀਦ ਹੋਏ ਮੁਕਤਿਆਂ ਦੇ ਨਾਲ। ਇਹਨਾਂ ਦੇ ਗਾਂ ਦਰਬਾਰੀ ਸਿੰਘ ਦੇ ਪੁੱਤਰਾਂ ਚੋਂ ਸੀਗੇ ਬਾਬਾ ਵਿਨੋਦ ਸਿੰਘ ਜੀ ਭੱਲਾ। ਬਾਬਾ ਵਿਨੋਦ ਸਿੰਘ ਜੀ ਵੀ ਕਹਿੰਦੇ ਨੇ ਕਿ ਗੁਰੂ ਅਮਰਦਾਸ ਦੇ ਨਾਲ ਬਾਵਾ ਸ਼ਬਦ ਵਰਤੇ ਜਾਂਦੇ ਸੀਗਾ। ਬਾਵਾ ਵੀ ਸ਼ਬਦ ਇਤਿਹਾਸ ਨੇ ਸਾਡੇ ਨੇ ਵਰਤਿਆ, ਬਾਬਾ ਵਿਨੋਦ ਸਿੰਘ ਭੱਲਾ ਵੀ ਕਿਹਾ ਆ ਬਾਵਾ। ਇਹ ਵਿਨੋਦ ਸਿੰਘ ਤੇ ਉਹ ਆਪਣੇ ਪੁੱਤਰ ਕਾਹਨ ਸਿੰਘ ਨੂੰ ਲੈ ਕੇ ਆਏ ਸੀ। ਬਾਬਾ ਵਿਨੋਦ ਸਿੰਘ ਨੇ ਪਹਿਲਾਂ ਅੰਮ੍ਰਿਤ ਛਕਿਆ ਹੋਇਆ ਸੀਗਾ, ਪਰ ਇੱਥੇ ਆਨੰਦਪੁਰ ਦੀ ਧਰਤੀ ਦੇ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਬਾਬਾ ਕਾਹਨ ਸਿੰਘ ਜੀ ਨੇ, ਬਾਬਾ ਕਾਹਨ ਸਿੰਘ ਭੱਲਾ ਕਹਿ ਲਓ ਜਾਂ ਬਾਬਾ ਕਾਹਨ ਸਿੰਘ ਜੀ, ਦੋਨਾਂ ਦਾ ਤਰੀਕੇ ਨਾਲ ਇਤਿਹਾਸ ਨਾਮ ਵਰਤਿਆ ਗਿਆ ਆ। ਇਹ ਬਾਬਾ ਕਾਹਨ ਸਿੰਘ ਜੀ ਨੇ ਵੀ ਅੰਮ੍ਰਿਤ ਛਕਿਆ ਇੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਦੇ ਇਹ ਕੋਲੋਂ। ਇਹ ਉਹ ਹੈਗੇ ਆ ਜਿਨ੍ਹਾਂ ਨੇ ਬਾਅਦ ਦਾ ਇਹ ਸਾਰੇ ਉਹ ਭਾਈ ਮਨੀ ਸਿੰਘ ਦੇ ਪੋਤੇ ਹੋ ਗਏ ਜੀ, ਬੱਜਰ ਸਿੰਘ ਦੇ ਦੋਤੇ ਹੋ ਗਏ, ਗਿਆਨੀ ਭਗਵਾਨ ਸਿੰਘ ਹਰਦਾਸ ਸਿੰਘ ਦੇ ਪੁੱਤਰ ਹੋ ਗਏ। ਇਦਾਂ ਹੀ ਕੁਝ ਹੋਰ ਗੁਰਸਿੱਖਾਂ ਦੇ ਭਾਈ ਬਾਬਾ ਖੁਸ਼ਹਾਲ ਸਿੰਘ ਦੇ ਪੜੋਤੇ ਜੀ ਜੀ ਜਾਨੀ ਕਿ ਕਾਹਨ ਸਿੰਘ ਹੋ ਗਏ। ਇਹਨਾਂ ਨੇ ਗਾਂ ਦਾ ਸੰਘਰਸ਼ ਲੜਿਆ ਸਾਰਾ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਦਾ ਸੰਘਰਸ਼ ਵੀ ਜਿਹੜਾ ਸੀਗਾ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਲੜਿਆ ਹੈ। ਇਹਨਾਂ ਦਾ ਜ਼ਿਕਰ ਕਿਤੇ ਇਤਿਹਾਸ ਦੇ ਕਿਤੇ ਉਹਨਾਂ ਲੰਮਿਆਂ 'ਚ ਪਹੁੰਚੇ ਤੇ ਉਸ ਹਿਸਾਬ ਨਾਲ ਜ਼ਿਕਰ ਕਰਾਂਗੇ। ਸੋ ਇਹਨਾਂ ਸਾਰਿਆਂ ਦੇ ਉੱਤੇ ਸਤਿਗੁਰੂ ਨੇ ਬੜੀ ਬਖਸ਼ਿਸ਼ ਵਰਾਈ, ਬੜੀ ਬਖਸ਼ਿਸ਼ ਕੀਤੀ। ਔਰ ਇੱਥੇ ਅੰਮ੍ਰਿਤ ਛਕਣ ਦੇ ਲਈ ਖਾਸ ਤੌਰ ਦੇ ਉੱਤੇ ਜਿਨ੍ਹਾਂ ਦਾ ਆਪਾਂ ਪਿੱਛੇ ਜ਼ਿਕਰ ਕੀਤਾ ਸੀ ਨਾ, ਕੌਲ ਸੋਢੀ, ਹਾਂਜੀ ਕੌਲ ਸੋਢੀ ਦਾ ਪੁੱਤਰ ਸੀ ਅਬੈਰਾਮ, ਤਿਲਵਾ ਅਬੈਰਾਮ ਵੀ ਇੱਥੇ ਫਿਰ ਦਮਦਮਾ ਸਾਹਿਬ ਪਤਾ ਲੱਗਾ ਕਿ ਗ੍ਰੰਥ ਸੰਪੂਰਨ ਹੋਇਆ ਆ ਜੀ, ਜੁੜੇ ਹੋਏ ਸਨ ਗੁਰੂ ਘਰ ਨਾਲ। ਹੁਣ ਗੁਰੂ ਗੋਬਿੰਦ ਸਿੰਘ ਦੇ ਕੋਲ ਕੌਲ ਸੋਢੀ ਵੀ ਜੁੜ ਚੁੱਕਾ ਹੋਇਆ ਸੀ। ਕੁਝ ਗੁਰੂ ਦੇ ਸਾਹਿਬ ਦੇ ਚੋਜ ਦੇਖ ਲਿਆ ਸੀ, ਗੁਰੂ ਸਾਹਿਬ ਦੀ ਸਮਰੱਥਾ ਦੇਖ ਲਈ ਸੀ। ਇਹ ਜਿਹੜਾ ਕੌਲ ਸੋਢੀ ਦਾ ਪੁੱਤਰ ਆ ਅਪੈਰਾਮ, ਅਪੈ ਸ਼ਬਦ ਵਰਤ ਲਓ, ਇਹ ਜਿਹੜਾ ਸੀ ਅਪੈ ਜਿਹੜਾ ਡਰ ਤੋਂ ਮੁਕਤ, ਇਹ ਅਪੈਰਾਮ ਵੀ ਇੱਥੇ ਆਇਆ। ਤੇ ਇਸ ਅਪੈਰਾਮ ਨੇ ਵੀ ਆਪਣੇ ਸੰਗੀਆਂ ਸਾਥੀਆਂ ਸਮੇਤ ਗਾਂ ਆਪਣੇ ਖਾਨਦਾਨ ਦੇ ਗਾਂ ਅਗਲੇ ਆਉਣ ਵਾਲੇ ਪੁੱਤਰਾਂ ਦੇ ਸਮੇਤ ਪੋਤਿਆਂ ਸਮੇਤ ਇਦਾਂ ਕਹਿ ਲਓ ਇਹਨਾਂ ਨੇ ਅੰਮ੍ਰਿਤ ਛਕਿਆ। ਹਾਂਜੀ, ਅਪੈਰਾਮ ਨੇ ਵੀ ਅੰਮ੍ਰਿਤ ਛਕਿਆ। ਸੋ ਜਿਹੜੀ ਸਿੱਖੀ ਗੁਰੂ ਹਰਿਰਾਏ ਸਾਹਿਬ ਨੇ ਬਚਨ ਕੀਤੇ ਸੀਗੇ ਜੀ ਜੀ, ਜਦੋਂ ਕਿਹਾ ਸੀ ਵੀ ਰਾਮ ਰਾਏ ਵੱਖ ਹੋ ਗਿਆ ਆ, ਧੀਰ ਰਾਏ ਵੱਖ ਹੋ ਰਿਹਾ, ਗੁਰੂ ਹਰਿਰਾਏ ਸਾਹਿਬ ਦੇ ਵੇਲੇ ਵੱਖ ਥੋੜ੍ਹੀਆਂ ਵਿੱਚੋਂ ਸ਼ਾਖਾਵਾਂ ਵਿੱਚ ਨਿਕਲ ਗਈਆਂ ਸੀ, ਤੇ ਉਦੋਂ ਗੁਰੂ ਹਰਿਰਾਏ ਜੀ ਨੇ ਬਚਨ ਕੀਤੇ ਸੀ, ਹਾਂ ਇਹ ਗੁਰੂ ਨਾਨਕ ਦਾ ਜਿਹੜਾ ਪੰਥ ਆ ਨਾ, ਗੁਰਮਤਿ ਮਾਰਗ ਇਹ ਸਮੁੰਦਰ ਦੀ ਤਰ੍ਹਾਂ ਆ, ਇਹਦੇ ਵਿੱਚੋਂ ਕੁਝ ਸ਼ਿਖਾਵਾਂ ਨਿਕਲ ਗਈਆਂ ਬਾਹਰ ਨੂੰ, ਨਿੱਕੇ ਲਹਿਰਾਂ ਬਾਹਰ ਨੂੰ ਨਿਕਲ ਗਈਆਂ। ਇਦਾਂ ਕਰੋ ਦਰਿਆ ਵੱਡਾ ਜਾ ਰਿਹਾ ਆ ਪਹਾੜਾਂ ਤੋਂ ਮਾਨਸਰੋਵਰ ਤੋਂ ਆ ਰਿਹਾ ਹੈਗਾ, ਪਰ ਉਹਦੇ ਚੋਂ ਉਹਦੇ ਵੇਗ ਦੇ ਨਾਲ ਚੱਲਦੇ ਹੋਏ ਵੇਗ ਦੇ ਨਾਲ ਉਹਦੇ ਵਿੱਚੋਂ ਕੁਝ ਨਿੱਕੀਆਂ ਨਹਿਰਾਂ ਨਿਕਲ ਆਈਆਂ। ਇਦਾਂ ਕਹ ਲਓ ਜਿਹੜੀ ਤਸ਼ਬੀਹ ਜਿਹੜੀ ਗੁਰੂ ਹਰਿਰਾਏ ਸਾਹਿਬ ਦੀ, ਪਹਾੜ ਤੋਂ ਮਾਨਸਰੋਵਰ ਤੋਂ ਦਰਿਆ ਨਿਕਲਿਆ। ਗੁਰੂ ਨਾਨਕ ਸਾਹਿਬ ਦਾ ਇਹ ਦਰਿਆ ਸੀ, ਗੁਰੂ ਨਾਨਕ ਦਾ ਮਾਰਗ ਜਿਹੜਾ ਦਰਿਆ ਸੀਗਾ, ਉਹਦੇ ਵਿੱਚੋਂ ਚੱਲਦੇ ਹੋਏ ਦਰਿਆ ਦੇ ਵਿੱਚੋਂ ਕੁਛ ਹੋਰ ਨਦੀਆਂ ਚੱਲਦਾ ਦਰਿਆ ਸਿੱਧਾ ਜਾ ਰਿਹਾ, ਪਰ ਉਹਦੀਆਂ ਨਿੱਕੀਆਂ ਨਦੀਆਂ ਹੋਰ ਨਿਕਲ ਆਈਆਂ। ਕਦੀ ਬਾਬਾ ਪਿੱਠੀ ਚੰਦ ਦੇ ਤੌਰ ਤੇ ਨਿਕਲ ਜਾਂਦੀ, ਕਦੀ ਬਾਬਾ ਸ਼੍ਰੀ ਚੰਦ ਦੇ ਤੌਰ ਤੇ ਚਲੀ ਜਾਂਦੀ ਆ, ਕਦੀ ਧੀਰ ਰਮਲ ਦੇ ਤੌਰ ਤੇ ਚਲੀ ਜਾਂਦੀ ਆ, ਕਦੀ ਰਾਮ ਰਾਏ ਦੇ ਤੌਰ ਤੇ ਚਲੀ ਜਾਂਦੀ। ਵੀ ਸ਼ਿਖਾਵਾਂ ਵੱਖਰੀਆਂ ਹੋ ਗਈਆਂ ਥੋੜੀਆਂ। ਪਰ ਗੁਰੂ ਹਰਿਰਾਏ ਸਾਹਿਬ ਨੇ ਬਚਨ ਕੀਤਾ ਸੀਗਾ ਕਿ ਜਦੋਂ ਅਸੀਂ 10ਵੇਂ ਜਾਮੇ ਚਾਹਾਂਗੇ ਨਾ, ਇਹ ਸਾਰੀਆਂ ਸਿਖਾਵਾਂ ਫਿਰ ਆ ਕੇ, ਕਿਉਂਕਿ ਦਰਿਆ ਨੇ ਉਦੋਂ ਸਮੁੰਦਰ 'ਚ ਮਿਲਣਾ ਹੈ 10ਵੇਂ ਜਾਮੇ ਵੇਲੇ, ਸਮੁੰਦਰ ਜਾਣੀ ਕਿ ਦਰਿਆ ਮਾਨਸਰੋਵਰ ਤੋਂ ਚੱਲਿਆ ਹੋਇਆ ਆ, ਉਹਦੀ ਸ਼ਿਖਾਵਾਂ ਨਿਕਲੀਆਂ ਵੀ ਆ, ਉਹ ਨਿਕਲਣੀਆਂ ਕੁਦਰਤੀ ਆ, ਸਮੇਂ ਦੇ ਵੇਗ ਦੇ ਨਾਲ ਸੀ, ਦਰਿਆ ਵੇਗ ਨਾਲ ਚੱਲ ਰਿਹਾ ਸੀ। ਪਰ ਜਦੋਂ ਅਸੀਂ ਸਮੁੰਦਰ ਦੇ ਵਿੱਚ ਜਾ ਕੇ 10ਵਾਂ ਜਾਮਾ ਆਉਣਾ ਹੈ, ਸਮੁੰਦਰ 'ਚ ਮਿਲਣ ਲੱਗਣਾ, ਸਮੁੰਦਰ ਰੂਪ ਹੋਣਾ ਆ, ਉਦੋਂ ਇਹ ਸਾਰੀਆਂ ਸ਼ਿਖਾਵਾਂ ਫਿਰ ਵਿੱਚ ਆ ਕੇ ਮਿਲ ਜਾਣਗੀਆਂ। ਤੇ ਇਹ ਗੁਰੂ ਗੋਬਿੰਦ ਸਿੰਘ ਦੇ ਵੇਲੇ ਇਹ ਸਾਰੇ ਬਚਨ ਗੁਰੂ ਹਰਿਰਾਏ ਸਾਹਿਬ ਦੇ ਸੱਚ ਹੋਏ। ਰਾਮ ਰਾਏ ਵੀ ਮਿਲਿਆ, ਇਹ ਕੌਲ ਸੋਢੀ ਵੀ ਜਿਹੜੇ ਵੱਖਰੇ ਰਹੇ ਸੀ ਇਹ ਵੀ ਮਿਲੇ, ਔਰ ਜਿਹੜੇ ਗਾਂ ਧੀਰਮਲ ਤੋਂ ਚੱਲੇ ਆਉਂਦੇ ਉਹਨਾਂ ਦੇ ਪੁੱਤਰ ਸੀਗੇ, ਪੋਤੇ ਸੀਗੇ ਰਾਮ ਸਿੰਘ ਹੁਣੀ, ਸਾਰੇ ਜਣੇ ਇਹਨਾਂ ਨੇ ਵੀ ਆ ਕੇ ਦਮਦਮਾ ਸਾਹਿਬ ਅੰਮ੍ਰਿਤ ਛਕਿਆ ਜੀ। ਕਿਤੇ ਆਪਾਂ ਇਹਦਾ ਜ਼ਿਕਰ ਫੇਰ ਕਰਾਂਗੇ, ਪਰ ਇਹਨਾਂ ਨੇ ਬਾਬਾ ਦੀਪ ਸਿੰਘ ਕੋਲ ਅੰਮ੍ਰਿਤ ਛਕਣ ਦਾ ਸਮਾਂ ਹੋ ਗਿਆ ਸਮਾਪਤ। ਆਪਾਂ ਜਿੱਥੇ ਗੱਲ ਛੱਡੀ ਇੱਥੇ ਫੇਸ ਕਰ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਦੱਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਉਹਦਾ ਅਖੰਡ ਜਾਪ ਜਿਹੜਾ ਸੀ ਪਹਿਲੀ ਵਾਰ ਦਮਦਮਾ ਸਾਹਿਬ ਦੀ ਧਰਤੀ ਤੇ ਹੋਇਆ, ਤੇ ਹੋਰ ਵੀ ਜਿਹੜੇ ਜਿੱਦਾਂ ਕਹਿ ਦਈਏ ਕਿ ਨਵੀਂ ਜਨਰੇਸ਼ਨ, ਨਵੀਂ ਪਨੀਰੀ ਜਿਹੜੀ ਸੀ ਉਹ ਵੀ ਉੱਥੇ ਆ ਕੇ ਤਿਆਰ ਹੋਈ। ਆਉਣ ਵਾਲੇ ਸਮੇਂ ਦੇ ਨਾਲ, ਆਉਣ ਵਾਲੇ ਹਾਲਾਤ ਦੇ ਨਾਲ ਕਿੱਦਾਂ ਉਹਨਾਂ ਨੇ ਮੁਕਾਬਲਾ ਕਰਨਾ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
ਪ੍ਰੋਗਰਾਮ ਕਰਦਿਆਂ ਸਾਡੇ ਕੋਲ ਗਲਤੀ ਹੋ ਗਈ ਹੋਵੇ ਦੋਵੇਂ ਹੱਥ ਜੋੜ ਕੇ ਅਸੀਂ ਮਾਫੀ ਮੰਗਦੇ ਹਾਂ। ਜਿੱਥੋਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਉੱਥੋਂ ਸ਼ੁਰੂਆਤ ਕਰਾਂਗੇ। ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देशवा पर मोहे है, शुभ कर्मन ते कभू न डरूं, न डरूं और सोच अब जाए लड़ूं, निश्चय कर अपनी जीत करूं।